Good morning, students. Today we will start your component business management. Firstly, what do you mean by management? As we know that management is an art of doing the work. Means when group of people joined each other to do a particular task, to plan, to organize, to control, then we can say that it is management. Management is the art of getting things done through and with people in formally organized groups. ਹੁਣ ਮੈਨੇਜਮੈਂਟ ਕੀ ਹੈ? ਜਦੋਂ ਕੁਛ ਗਰੁੱਪ ਆਫ ਪੀਪਲ ਮਿਲ ਕੇ ਕੁਛ ਨਾ ਕੁਛ ਪਲਾਨ ਕਰਦੇ ਨੇ, ਔਰਗੇਨਾਈਜ਼ ਕਰਦੇ ਨੇ, ਕੋਆਰਡੀਨੇਟ ਕਰਦੇ ਨੇ, ਕੰਟਰੋਲ ਕਰਦੇ ਨੇ ਕਿਸੇ ਨਾ ਕਿਸੇ ਐਕਟੀਵਿਟੀਜ਼ ਨੂੰ, ਕਿਸੇ ਨਾ ਕਿਸੇ ਇੱਕ ਪਰਟੀਕੂਲਰ ਟਾਸਕ ਨੂੰ ਕੰਪਲੀਟ ਕਰਨ ਦੇ ਲਈ, ਤਾਂ ਆਪਾਂ ਉਸਨੂੰ ਕਹਿ ਸਕਦੇ ਹਾਂ ਵੀ ਇਟ ਇਜ਼ ਕਾਲਡ ਮੈਨੇਜਮੈਂਟ। ਸੋ ਮੈਨੇਜਮੈਂਟ ਹੈ ਹੀ ਕੀ ਹੈ? ਮੈਨੇਜਮੈਂਟ ਇਜ਼ ਐਨ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਠੀਕ ਹੈ। ਅਕੋਰਡਿੰਗ ਟੂ ਲੌਸ ਐਲਨ, ਮੈਨੇਜਮੈਂਟ ਇਜ਼ ਵਾਟ ਏ ਮੈਨੇਜਰ ਡਸ। ਮੈਂ ਪਹਿਲਾਂ ਹੀ ਕਹਿ ਚੁੱਕੀ ਹਾਂ ਵੀ ਜੋ ਵੀ ਇੱਕ ਪਰਟੀਕੂਲਰ ਟਾਸਕ ਨੂੰ ਕਰਨ ਦੇ ਲਈ ਆਪਾਂ ਗਰੁੱਪ ਆਫ ਪੀਪਲ ਕੀ ਹੁੰਦੇ ਆ, ਜੁਆਇੰਟ ਟੀਚ ਅਦਰ ਮਿਊਚੁਅਲ ਨੈਗੋਸ਼ੀਏਸ਼ਨ ਕਰਦੇ ਹਾਂ ਆਪਸ ਦੇ ਵਿੱਚ, ਤਾਂ ਉਹ ਕੀ ਇੱਕ ਮੈਨੇਜਮੈਂਟ ਹੈ। ਦੈਨ ਨੈਕਸਟ ਆਪਣੇ ਕੋਲ ਕਨਸੈਪਟਸ ਆਫ ਮੈਨੇਜਮੈਂਟ। ਫਸਟ ਕੀ ਹੈ? ਫੰਕਸ਼ਨਲ ਕਨਸੈਪਟ। ਮੈਨੇਜਮੈਂਟ ਇਜ਼ ਵਾਟ ਏ ਮੈਨੇਜਰ ਡਜ਼। ਫੰਕਸ਼ਨਲ ਕੀ ਹੁੰਦਾ? ਆਪਣਾ ਫੰਕਸ਼ਨਲ ਕਨਸੈਪਟ ਹੁੰਦੇ ਨੇ ਡੇ ਟੂ ਡੇ ਫੰਕਸ਼ਨਸ, ਲਾਈਕ ਪ੍ਰੋਡਕਸ਼ਨ ਡਿਪਾਰਟਮੈਂਟ ਦਾ ਫੰਕਸ਼ਨ ਹੋ ਗਿਆ, ਸੈਲਿੰਗ ਡਿਪਾਰਟਮੈਂਟ ਦਾ, ਮਾਰਕੀਟਿੰਗ ਮੈਨੇਜਮੈਂਟ ਦਾ, ਪ੍ਰੋਡਕਸ਼ਨ ਦਾ। all these are your functional department. So we can say that it is a functional concept of management. Then human relation concept. Management is an art of getting things done through others. ਆਪਾਂ ਡੈਫੀਨੇਸ਼ਨ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਮੈਨੇਜਮੈਂਟ ਕੀ ਹੈ? ਇੱਕ ਆਰਟ ਹੈ। ਕਿਸ ਚੀਜ਼ ਦਾ ਆਰਟ? ਆਰਟ ਆਫ ਡੂਇੰਗ ਜਾਂ ਆਰਟ ਆਫ ਗੈਟਿੰਗ ਥਿੰਗਸ। ਹੁਣ ਆਪਾਂ ਗੱਲ ਕਰ ਚੁੱਕੇ ਹਾਂ ਵੀ ਮੈਨੇਜਮੈਂਟ ਕੀ ਹੈ? ਗਰੁੱਪ ਆਫ ਪੀਪਲ ਹੈ। ਤਾਂ ਗਰੁੱਪ ਆਫ ਪੀਪਲ ਇੱਕ ਕੀ ਹੈ? ਹਿਊਮਨ ਰਿਲੇਸ਼ਨ ਅਪਰੋਚ ਹੈ ਜਾਂ ਇੱਕ ਹਿਊਮਨ ਰਿਲੇਸ਼ਨਸ ਕੰਸੈਪਟ ਹੈ। ਹੁਣ ਹਿਊਮਨ ਰਿਲੇਸ਼ਨਸ ਕੰਸੈਪਟ ਆਪਣਾ ਮੈਨੇਜਮੈਂਟ ਦੇ ਵਿੱਚ ਕਿਹਨੇ ਦਿੱਤਾ ਸੀਗਾ? ਹਾਰਦਰਨ ਸਟੱਡੀਜ਼ ਵਗੈਰਾ ਆਪਾਂ ਜਿਹੜੇ ਨੇ ਉਹ ਕਿਹੜੇ? ਇੱਕ ਹਿਊਮਨ ਰਿਲੇਸ਼ਨ ਕੰਸੈਪਟ ਹੀ ਨੇ। ਹਾਰਦਰਨ ਸਟੱਡੀਜ਼ ਕੀ ਸੀ? ਇੱਕ ਰਾਈਟਰ। ਦੈਨ ਥਰਡ ਆਪਣੇ ਕੋਲ ਲੀਡਰਸ਼ਿਪ ਐਂਡ ਡਿਸੀਜ਼ਨ ਮੇਕਿੰਗ ਕੰਸੈਪਟ। ਲੀਡਰਸ਼ਿਪ ਕੀ ਹੁੰਦਾ? ਲੀਡਰਸ਼ਿਪ ਇਹ ਹੁੰਦਾ ਹੈਗਾ ਵੀ ਜਦੋਂ ਆਪਾਂ ਕਿਸੇ ਕੋਈ ਪਰਸਨ ਆਪਾਂ ਨੂੰ ਕੀ ਕਰ ਰਿਹਾ ਹੈ, ਕੋਈ ਨਾ ਕੋਈ ਐਕਟੀਵਿਟੀਜ਼ ਨੂੰ ਕਰਨ ਦੇ ਲਈ ਕੀ ਕਰ ਰਿਹਾ? ਉਹ ਲੀਡ ਕਰ ਰਿਹਾ ਹੈ। ਜਿਵੇਂ ਦੇਖੋ ਇੱਕ ਫੋਲੋਅਰ ਹੈ, ਠੀਕ ਹੈ, ਤਾਂ ਫੋਲੋਅਰ ਕੀ ਕਰੇਗਾ? ਜਿਸ ਤਰ੍ਹਾਂ ਉਸਨੂੰ ਲੀਡਰ ਕਹੇਗਾ ਉਸੇ ਤਰ੍ਹਾਂ ਹੀ ਉਹ ਆਪਣੇ ਕੀ ਕਰੇਗਾ? ਐਕਟੀਵਿਟੀਜ਼ ਕਰੇਗਾ। ਤਾਂ ਮੈਨੇਜਮੈਂਟ ਦੇ ਵਿੱਚ ਕੀ ਹੈ? ਲੀਡਰਸ਼ਿਪ ਵੀ ਜ਼ਰੂਰੀ ਹੈ। ਲੀਡਰਸ਼ਿਪ ਹੋਈ, ਮੋਟੀਵੇਸ਼ਨ ਹੋਈ, ਇਹ ਇੱਕ ਇਸੈਂਸ਼ੀਅਲ ਐਲੀਮੈਂਟਸ ਨੇ ਟੂ ਮੈਨੇਜ ਏ ਪਰਟੀਕੂਲਰ ਟਾਸਕ। ਦੈਨ ਫੋਰਥ ਆਪਣੇ ਕੋਲ ਪ੍ਰੋਡਕਟੀਵਿਟੀ ਕੰਸੈਪਟ। ਆਪਾਂ ਗੱਲ ਕਰ ਚੁੱਕੇ ਹਾਂ ਵੀ ਮੈਨੇਜਮੈਂਟ ਇਜ਼ ਦਾ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਹੁਣ ਗੈਟਿੰਗ ਥਿੰਗਸ ਡਨ ਥਰੂ ਅਦਰਸ, ਹਾਊ ਇਜ਼ ਇਟ ਪੋਸੀਬਲ? ਇਟ ਕੈਨ ਬੀ ਪੋਸੀਬਲ ਓਨਲੀ ਥਰੂ ਐਨ ਆਰਟ ਆਫ ਇਨਕਰੀਜ਼ਿੰਗ ਪ੍ਰੋਡਕਟੀਵਿਟੀ। ਹੁਣ ਦੇਖੋ ਜੇ ਗਰੁੱਪ ਆਫ ਪੀਪਲ ਜੁਆਇਨ ਟੂਗੈਦਰ ਮੀਨਸ ਗਰੁੱਪ ਆਫ ਪੀਪਲ ਇਕੱਠੇ ਹੁੰਦੇ ਨੇ ਤਾਂ ਉਹ ਕਿਸੇ ਨਾ ਕਿਸੇ ਪਰਟੀਕੂਲਰ ਟਾਸਕ ਨੂੰ ਫੁੱਲਫਿਲ ਕਰਨ ਦੇ ਲਈ, ਆਪਣੇ ਗੋਲ ਨੂੰ ਅਚੀਵ ਕਰਨ ਦੇ ਲਈ ਇਕੱਠੇ ਹੁੰਦੇ ਨੇ। ਤਾਂ ਆਪਣਾ ਮੈਨੇਜਮੈਂਟ ਕੀ ਹੈ? ਆਰਟ ਆਫ ਇਨਕਰੀਜ਼ਿੰਗ ਪ੍ਰੋਡਕਟੀਵਿਟੀ। ਵੀ ਜਿੰਨੀ ਆਪਾਂ ਕੋਆਪਰੇਸ਼ਨ ਦੇ ਨਾਲ ਚੱਲਾਂਗੇ ਉਨੀ ਆਪਣੀ ਪ੍ਰੋਡਕਟੀਵਿਟੀ ਕੀ ਹੋਏਗੀ? ਇਨਕਰੀਜ਼ ਹੋਏਗੀ। ਦੈਨ ਫਿਫਥ ਪੁਆਇੰਟ ਹੈ ਆਪਣਾ ਇੰਟੀਗ੍ਰੇਸ਼ਨ ਕੰਸੈਪਟ। ਇੰਟੀਗ੍ਰੇਟ ਵਰਡ ਦਾ ਮੀਨਿੰਗ ਕੀ ਹੁੰਦਾ ਹੈਗਾ? ਮਿਊਚੁਅਲ ਨੈਗੋਸ਼ੀਏਸ਼ਨ। ਮਿਊਚੁਅਲ ਨੈਗੋਸ਼ੀਏਸ਼ਨ ਮੀਨਸ ਕੀ ਹੈ? ਕੋਆਰਡੀਨੇਸ਼ਨ। ਆਪਸ ਦੇ ਵਿੱਚ ਕੀ ਰੱਖਣਾ? ਕੋਆਪਰੇਟ ਕਰਨਾ, ਆਪਸ ਦੇ ਵਿੱਚ ਕੀ ਕਰਨਾ? ਤਾਲਮੇਲ ਰੱਖਣਾ। ਤਾਂ ਮੈਨੇਜਮੈਂਟ ਇਜ਼ ਦੀ ਕੋਆਰਡੀਨੇਸ਼ਨ ਆਫ ਹਿਊਮਨ ਐਂਡ ਮਟੀਰੀਅਲ ਰਿਸੋਰਸਿਸ। ਹੁਣ ਇਹ ਸਾਰਾ ਕੁਛ ਆਪਾਂ ਕਿਹਦੇ ਬਾਰੇ ਪੜ੍ਹ ਚੁੱਕੇ ਹਾਂ? ਮੈਨੇਜਮੈਂਟ ਦੇ ਬਾਰੇ। ਜੇ ਆਪਾਂ ਬਰੀਫ ਦੇ ਵਿੱਚ ਗੱਲ ਕਰਦੇ ਹਾਂ ਤਾਂ ਮੈਨੇਜਮੈਂਟ ਕੀ ਹੈ? ਮੈਨੇਜਮੈਂਟ ਇਜ਼ ਐਨ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਹੁਣ ਮੈਨੇਜਮੈਂਟ ਦਾ ਮੇਨ ਮੋਟਿਵ ਹੀ ਕੀ ਹੈ? ਵੀ ਜਦੋਂ ਕੀ ਨੇ ਗਰੁੱਪ ਆਫ ਪੀਪਲ ਮਿਲ ਕੇ ਕੁਛ ਨਾ ਕੁਛ ਪਲਾਨ ਕਰਦੇ ਨੇ, ਕੋਆਰਡੀਨੇਟ ਕਰਦੇ ਨੇ ਕਿਸ ਚੀਜ਼ ਦੇ ਲਈ? ਕਿਸੇ ਨਾ ਕਿਸੇ ਪਰਟੀਕੂਲਰ ਗੋਲ ਨੂੰ ਅਚੀਵ ਕਰਨ ਦੇ ਲਈ। ਦੈਨ ਆਪਾਂ ਉਸਨੂੰ ਕੀ ਕਹਿ ਸਕਦੇ ਹਾਂ ਕਿ ਇਟ ਇਜ਼ ਮੈਨੇਜਮੈਂਟ। ਦੈਨ ਕੀ ਆਪਣਾ ਆਬਜੈਕਟਿਵਸ ਆਫ ਮੈਨੇਜਮੈਂਟ। ਹੁਣ ਮੈਨੇਜਮੈਂਟ ਦੇ ਆਬਜੈਕਟਿਵਸ ਕੀ ਨੇ? ਫਸਟ ਆਬਜੈਕਟਿਵ ਆਪਣਾ ਮੈਨੇਜਮੈਂਟ ਦਾ ਟੂ ਰਨ ਦੀ ਐਂਟਰਪ੍ਰਾਈਜ਼ ਸਮੂਥਲੀ ਐਂਡ ਅਰਨ ਮੈਕਸੀਮਮ ਪ੍ਰੋਫਿਟਸ।
ਕੋਈ ਵੀ ਬਿਜ਼ਨਸ ਹੈ ਜੇਕਰ ਉੱਥੇ ਪ੍ਰੋਪਰ ਮੈਨੇਜਮੈਂਟ ਨਹੀਂ ਹੋਏਗੀ, ਪ੍ਰੋਪਰ ਕੋਆਰਡੀਨੇਸ਼ਨ ਨਹੀਂ ਹੋਏਗੀ, ਮੈਨੇਜਮੈਂਟ ਦਾ ਮੇਨ ਕੰਮ ਹੀ ਕੀ ਹੈਗਾ, ਦੇਖ ਰੇਖ ਕਰਨਾ ਫॉर ਦੀ ਸਮੂਥ ਰਨਿੰਗ ਆਫ ਐਨ ਐਂਟਰਪ੍ਰਾਈਜ਼, ਤਾਂ ਕਿ ਇੱਕ ਐਂਟਰਪ੍ਰਾਈਜ਼ ਦਾ ਕੀ ਬਣਿਆ ਰਹੇ, ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦਾ ਇੱਕ ਫਲੋ ਬਣਿਆ ਰਹੇ। ਤਾਂ ਕੀ ਹੈ ਆਪਣਾ ਮੇਨ ਮੋਟਿਵ ਹੀ ਮੈਨੇਜਮੈਂਟ ਦਾ ਕੀ ਹੈ, ਟੂ ਰਨ ਦੀ ਐਂਟਰਪ੍ਰਾਈਜ਼ ਸਮੂਥਲੀ ਐਂਡ ਅਰਨ ਮੈਕਸੀਮਮ ਪ੍ਰੋਫਿਟਸ। ਕਿਉਂਕਿ ਦੇਖੋ ਜੇ ਆਪਾਂ ਕਿਸੇ ਨਾ ਕਿਸੇ ਐਕਟੀਵਿਟੀਜ਼ ਨੂੰ ਪ੍ਰੋਪਰ ਮੈਨੇਜ ਨਹੀਂ ਕਰਾਂਗੇ ਤਾਂ ਆਪਾਂ ਨੂੰ ਪਤਾ ਵੀ ਕੀ ਹੋਏਗੀ, ਉੱਥੇ ਵੇਸਟੇਜ ਹੋਏਗੀ, ਠੀਕ ਹੈ। ਹਿਊਜ ਪ੍ਰੋਫਿਟਸ ਦੀ ਜਗ੍ਹਾ 'ਤੇ ਕੀ ਹੋਣ ਲੱਗ ਜਾਣਗੇ, ਆਪਾਂ ਨੂੰ ਲੋਸਿਸ ਹੋਣ ਲੱਗ ਜਾਣਗੇ। ਤਾਂ ਜੇ ਆਪਾਂ ਨੇ ਕਿਸੇ ਨਾ ਕਿਸੇ ਬਿਜ਼ਨਸ ਐਂਟਰਪ੍ਰਾਈਜ਼ ਨੂੰ ਆਪਾਂ ਨੇ ਕੀ ਕਰਨਾ, ਪ੍ਰੋਪਰ ਮੇਨਟੇਨ ਕਰਕੇ ਚੱਲਣਾ, ਤਾਂ ਉੱਥੇ ਕੀ ਜ਼ਰੂਰੀ ਹੈ, ਮੈਨੇਜਮੈਂਟ ਕਰਨਾ ਉਸ ਸਭ ਐਕਟੀਵਿਟੀਜ਼ ਦੀ ਕੀ ਹੈ, ਬਹੁਤ ਜ਼ਰੂਰੀ ਹੈ। ਦੈਨ ਸੈਕਿੰਡ ਪੁਆਇੰਟ ਕੀ ਆਪਣਾ ਪ੍ਰੋਪਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ। ਉਹੀ ਗੱਲ ਹੋ ਗਈ ਵੀ ਮੈਨੇਜਮੈਂਟ ਇਜ਼ ਟੂ ਯੂਜ਼ ਵੈਰੀਅਸ ਰਿਸੋਰਸਿਸ ਆਫ ਦੀ ਐਂਟਰਪ੍ਰਾਈਜ਼। ਹੁਣ ਦੇਖੋ ਆਪਾਂ ਪਲੈਨਿੰਗ ਕਰਦੇ ਹਾਂ, ਵਾਟ ਟੂ ਡੂ, ਹਾਊ ਟੂ ਡੂ, ਵੈਨ ਟੂ ਡੂ, ਵੇਅਰ ਟੂ ਡੂ, ਬਾਈ ਹੂਮ ਟੂ ਡੂ, ਮੀਨਸ ਇਹ ਸਾਰਾ ਕੀ ਹੈ, ਐਡਵਾਂਸ ਪਲੈਨਿੰਗ ਹੈ। ਜੇ ਹੁਣ ਮੈਨੇਜਮੈਂਟ ਨਹੀਂ ਹੋਏਗੀ ਤਾਂ ਇਹ ਪਲੈਨਿੰਗ ਵੀ ਕਿਸ ਦੇ ਥਰੂ ਹੋਏਗੀ। ਤਾਂ ਪ੍ਰੋਪਰ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਵੀ ਕੀ ਹੈ, ਆਪਣਾ ਮੈਨੇਜਮੈਂਟ ਦਾ ਇੱਕ ਮੇਨ ਆਬਜੈਕਟਿਵ ਹੈ। ਦੈਨ ਥਰਡ ਪੁਆਇੰਟ ਹੈ ਆਪਣਾ ਇੰਪਰੂਵ ਪਰਫੋਰਮੈਂਸ। ਜੇ ਆਪਾਂ ਕੀ ਹੈ, ਦੇਖੋ ਇੱਕ ਪ੍ਰੋਸੈਸ ਹੁੰਦਾ ਮੈਨੇਜਮੈਂਟ ਦਾ, ਇੱਕ ਐਕਟੀਵਿਟੀਜ਼ ਹੁੰਦੀਆਂ ਨੇ ਮੈਨੇਜਮੈਂਟ ਦੀਆਂ ਜੋ ਇੱਕ ਸੀਕੁਐਂਸ ਦੇ ਵਿੱਚ ਚੱਲਦੀਆਂ ਨੇ, ਜਿਵੇਂ ਪਲੈਨਿੰਗ, ਔਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਟਿੰਗ, ਕੰਟਰੋਲਿੰਗ। ਜੇ ਮੈਨੇਜਮੈਂਟ ਨਹੀਂ ਹੈਗੀ ਤਾਂ ਇਹ ਸਾਰੇ ਫੰਕਸ਼ਨਸ ਕਿਸ ਦੇ ਥਰੂ ਹੋਣਗੇ, ਤਾਂ ਜੇਕਰ ਮੈਨੇਜਮੈਂਟ ਹੈ ਤਾਂ ਇਹ ਆਲ ਐਕਟੀਵਿਟੀਜ਼ ਪਰਫੋਰਮ ਹੋਣਗੀਆਂ। ਜੇ ਆਲ ਐਕਟੀਵਿਟੀਜ਼ ਪਰਫੋਰਮ ਹੋਣਗੀਆਂ ਫਿਰ ਆਪਣੀ ਕੀ ਹੋਊਗੀ, ਮੈਨੇਜਮੈਂਟ ਲਗਾ ਲਓ, ਬਿਜ਼ਨਸ ਲਗਾ ਲਓ, ਉਹਦੀ ਪਰਫੋਰਮੈਂਸ ਕੀ ਹੋਏਗੀ, ਇੰਪਰੂਵ ਹੋਏਗੀ, ਗੁੱਡਵਿਲ ਕੀ ਹੋਏਗੀ, ਇੰਪਰੂਵ ਹੋਏਗੀ। ਦੈਨ ਆਪਣੇ ਕੋਲੇ ਫੋਰਥ ਪੁਆਇੰਟ ਕੀ ਹੈ, ਮੋਬਿਲਾਈਜ਼ਿੰਗ ਬੈਸਟ ਟੈਲੈਂਟ। The employment of experts in various fields which will help in enhancing the efficiency of various factors of production. There should be a proper environment like better pay scales, proper amenities, future growth potentialities to attract more people to join the enterprise. ਦੈਨ ਮੋਬਿਲਾਈਜ਼ਿੰਗ ਬੈਸਟ ਟੈਲੈਂਟ। ਹੁਣ ਦੇਖੋ ਗਰੁੱਪ ਆਫ ਐਕਸਪਰਟਸ ਕੀ ਕਰਨਗੇ, ਮਿਲ ਕੇ ਪਲਾਨ ਕਰਨਗੇ, ਤਾਂ ਉੱਥੇ ਕੀ ਹੋਏਗਾ, ਪ੍ਰੋਪਰ ਕੀ ਹੋਏਗਾ, ਮੈਨੇਜਮੈਂਟ ਹੋਏਗੀ, ਬੈਸਟ ਟੈਲੈਂਟ ਹੋਏਗਾ। ਬੈਸਟ ਟੈਲੈਂਟ ਮੀਨਸ ਕੀ ਹੈ, ਹਰ ਇੱਕ ਐਕਸਪਰਟ ਜਿਹੜਾ ਉਹ ਆਪਣੇ ਕੀ ਦੇਗਾ, ਐਫਰਟਸ ਲਗਾਏਗਾ, ਆਪਣੀ ਆਊਟਪੁੱਟ ਇੰਪਰੂਵ ਕਰਨ ਦੀ ਕੋਸ਼ਿਸ਼ ਕਰੇਗਾ। ਦੈਨ ਆਪਣੇ ਕੋਲ ਫਿਫਥ ਪੁਆਇੰਟ ਹੈ ਪਲੈਨਿੰਗ ਫॉर ਫਿਊਚਰ। ਆਪਾਂ ਨੂੰ ਪਤਾ ਹੈ ਫਿਊਚਰ ਇਜ਼ ਆਲਵੇਜ਼ ਅਨਸਰਟੇਨ, ਬਟ ਫਿਰ ਵੀ ਆਪਾਂ ਕੀ ਕਰਦੇ ਹਾਂ, ਉਸ ਦੇ ਲਈ ਪਲੈਨਿੰਗ ਕਰਦੇ ਹਾਂ। ਸਿਕਸਥ ਪੁਆਇੰਟ ਕੀ ਹੈ, ਗਰੋਥ ਐਂਡ ਡਿਵੈਲਪਮੈਂਟ ਆਫ ਬਿਜ਼ਨਸ। ਪ੍ਰੋਪਰ ਪਲੈਨਿੰਗ ਲੀਡਸ ਟੂ ਦੀ ਗਰੋਥ ਐਂਡ ਡਿਵੈਲਪਮੈਂਟ ਆਫ ਬਿਜ਼ਨਸ ਔਨ ਸਾਊਂਡ ਫੂਟਿੰਗ ਵਿਚ ਹੈਲਪਸ ਇਨ ਪ੍ਰੋਫਿਟੇਬਲ ਐਕਸਪੈਂਸ਼ਨ ਆਫ ਦੀ ਬਿਜ਼ਨਸ। ਮੇਨ ਮੋਟਿਵ ਕੀ ਆਪਣਾ, ਗਰੋਥ ਐਂਡ ਡਿਵੈਲਪਮੈਂਟ ਆਫ ਬਿਜ਼ਨਸ। ਹੁਣ ਇੱਥੇ ਗੱਲ ਆ ਗਈ ਵੀ ਗਰੋਥ ਐਂਡ ਡਿਵੈਲਪਮੈਂਟ ਆਫ ਬਿਜ਼ਨਸ, ਆਪਾਂ ਨੇ ਆਪਣੀ ਬਿਜ਼ਨਸ ਦੀ ਗਰੋਥ ਵੀ ਕਰਨੀ ਹੈ ਅਤੇ ਡਿਵੈਲਪਮੈਂਟ ਵੀ ਕਰਨੀ ਹੈ। ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਇੱਕ ਟਰੈਡੀਸ਼ਨਲ ਅਪਰੋਚ ਦੀ, ਇੱਕ ਆਪਾਂ ਗੱਲ ਕਰਦੇ ਹਾਂ ਮਾਡਰਨ ਅਪਰੋਚ ਦੀ। ਜੋ ਟਰੈਡੀਸ਼ਨਲ ਅਪਰੋਚ ਸੀ, ਜੋ ਟਰੈਡੀਸ਼ਨਲ ਰਾਈਟਰ ਸੀ, ਠੀਕ ਹੈ, ਜੋ ਸਾਇੰਟਿਸਟ ਸੀਗੇ, ਉਹਨਾਂ ਦਾ ਮੇਨ ਮੋਟਿਵ ਕੀ ਸੀ ਵੀ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦਾ ਮੇਨ ਮੋਟਿਵ ਸਿਰਫ ਪ੍ਰੋਫਿਟ ਮੈਕਸੀਮਾਈਜੇਸ਼ਨ ਹੈ, ਹੋਰ ਕੁਛ ਨਹੀਂ। ਬਟ ਜੇ ਆਪਾਂ ਗੱਲ ਕਰੀਏ ਮਾਡਰਨ ਫਿਲੋਸਫੀਕਲਸ ਦੀ, ਦੈਨ ਉਹਨਾਂ ਦੀ ਅਪਰੋਚ ਕੀ ਹੈ ਵੀ ਇੱਕ ਬਿਜ਼ਨਸ ਫਰਮ ਦਾ ਜਿਹੜਾ ਮੇਨ ਮੋਟਿਵ ਹੈ ਸਿਰਫ ਪ੍ਰੋਫਿਟ ਅਰਨ ਕਰਨਾ ਹੀ ਨਹੀਂ, ਬੈਟਰ ਗੁੱਡਵਿਲ, ਬੈਟਰ ਰੈਪੂਟੇਸ਼ਨ ਮੇਨਟੇਨ ਕਰਨਾ ਵੀ ਹੈ ਸੁਸਾਇਟੀ ਦੇ ਵਿੱਚ। ਦੈਨ ਆਪਣੇ ਕੋਲ ਕੀ ਹੈ, ਬੈਟਰ ਕੁਆਲਿਟੀ ਗੁੱਡਸ ਔਰ ਸਰਵਿਸਿਸ। ਬੈਟਰ ਕੁਆਲਿਟੀ ਮੀਨਸ ਕੀ ਹੈ, ਕੁਆਲਿਟੀ ਪ੍ਰੋਡਕਟਸ ਐਟ ਰੀਜ਼ਨੇਬਲ ਪ੍ਰਾਈਸਿਸ ਕੀ ਕਰਨਾ, ਡਿਸਟਰੀਬਿਊਟ ਕਰਨਾ ਟੂ ਦੀ ਸੁਸਾਇਟੀ। ਇਹ ਵੀ ਇੱਕ ਕਿਹਦਾ ਮੇਨ ਫੰਕਸ਼ਨ ਹੈ, ਇੱਕ ਮੇਨ ਓਬਜੈਕਟਿਵ ਹੈ ਮੈਨੇਜਮੈਂਟ ਦਾ। ਦੈਨ ਇਨਸ਼ੋਰਿੰਗ ਰੈਗੂਲਰ ਸਪਲਾਈ ਆਫ ਗੁੱਡਸ। ਰੈਗੂਲਰ ਸਪਲਾਈ ਫਿਰ ਹੀ ਪੋਸੀਬਲ ਜੇ ਪ੍ਰੋਪਰ ਹਰ ਇੱਕ ਐਕਟੀਵਿਟੀ ਦੀ ਪ੍ਰੋਡਕਸ਼ਨ ਲੈਵਲ ਤੋਂ ਲਗਾ ਕੇ ਮਾਰਕੀਟਿੰਗ ਲੈਵਲ ਤੱਕ ਪ੍ਰੋਪਰ ਕੀ ਹੈ, ਇੱਕ ਮੇਨਟੇਨ ਕਰਕੇ ਚੱਲਿਆ। ਹੁਣ ਦੇਖੋ ਆਪਾਂ ਗੱਲ ਕਰਦੇ ਹਾਂ ਪ੍ਰੋਡਕਸ਼ਨ ਦੀ, ਤਾਂ ਪ੍ਰੋਡਕਸ਼ਨ ਤੋਂ ਲੈ ਕੇ ਸਿਰਫ ਸੇਲਸ ਤੱਕ ਹੀ ਨਹੀਂ ਆਪਾਂ ਕਹਿ ਸਕਦੇ, ਪ੍ਰੋਡਕਸ਼ਨ ਤੋਂ ਸੇਲਸ ਡਿਪਾਰਟਮੈਂਟਸ ਤੱਕ ਜਾਣਾ ਹੀ ਇਨਫ ਨਹੀਂ ਹੈਗਾ ਇੱਕ ਬਿਜ਼ਨਸ ਆਰਗੇਨਾਈਜੇਸ਼ਨ ਦੇ ਲਈ। ਸੇਲਸ ਤੋਂ ਵੀ ਇੱਕ ਅੱਗੇ ਲੈਵਲ ਹੈ ਜਿੱਥੇ ਆਪਣੀ ਐਕਟੀਵਿਟੀਜ਼ ਕੀ ਹੁੰਦੀਆਂ ਨੇ, ਖਤਮ ਹੁੰਦੀਆਂ ਨੇ। ਉਹ ਐਕਟੀਵਿਟੀ ਆਪਣੀ ਕਿਹੜੀ ਹੈ, ਮਾਰਕੀਟਿੰਗ। ਹੁਣ ਸੈਲਿੰਗ ਐਂਡ ਮਾਰਕੀਟਿੰਗ ਬੋਥ ਆਰ ਡਿਫਰੈਂਟ ਫਰੋਮ ਈਚ ਅਦਰ। ਹਾਊ? ਸੈਲਿੰਗ ਮੀਨਸ ਕੀ ਹੈ, ਸੈਲਿੰਗ ਮੀਨਸ ਆਪਾਂ ਸਿਰਫ ਸੇਲ ਕਰਨ ਤੱਕ ਮਤਲਬ ਹੈ, ਬਟ ਮਾਰਕੀਟਿੰਗ ਦਾ ਮੇਨ ਮੋਟਿਵ ਹੁੰਦਾ ਵੀ ਆਪਾਂ ਨੇ ਇਹ ਜਾਣਨਾ ਵੀ ਕਸਟਮਰ ਸੈਟਿਸਫਾਈਡ ਹੈ ਜਾਂ ਨਹੀਂ, ਕਿ ਉਹਨੂੰ ਰੀਜ਼ਨੇਬਲ ਕੁਆਲਿਟੀ ਪ੍ਰੋਡਕਟਸ ਮਿਲੇ ਨੇ ਐਟ ਰੀਜ਼ਨੇਬਲ ਪ੍ਰਾਈਸਿਸ ਔਰ ਨੋਟ। ਸੋ ਆਪਣਾ ਮੇਨ ਮੋਟਿਵ ਵੀ ਕੀ ਹੈ, ਰੈਗੂਲਰ ਸਪਲਾਈ ਆਫ ਗੁੱਡਸ। ਨਾਈਨਥ ਪੁਆਇੰਟ ਆਪਣੇ ਕੋਲ ਮਿਨੀਮਾਈਜ਼ਿੰਗ ਰਿਸਕ ਐਲੀਮੈਂਟ। ਰਿਸਕ ਆਪਣੇ ਆਪ ਹੀ ਘੱਟ ਜਾਏਗਾ ਜਦੋਂ ਆਪਣੀ ਕੀ ਹੋਗੀ,
ਪ੍ਰੋਪਰ ਐਕਸਪਰਟਸ ਮਿਲ ਕੇ ਕੀ ਕਰ ਰਹੇ ਨੇ, ਮੈਨੇਜ ਕਰ ਰਹੇ ਨੇ। ਡਿਸਿਪਲਿਨ ਐਂਡ ਮੋਰਲ ਵੈਲਿਊਜ਼ ਵੀ ਆਪਣੇ ਇੰਪਰੂਵ ਹੋਣਗੀਆਂ। ਮੋਰਲ ਵੈਲਿਊਜ਼ ਕਿਵੇਂ, ਜੇਕਰ ਆਪਾਂ ਕੀ ਕਰ ਰਹੇ ਹਾਂ, ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀਜ਼ ਨੂੰ ਫੁੱਲਫਿਲ ਕਰ ਰਹੇ ਹਾਂ। ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ CSR ਕੀ ਹੋ ਗਈ ਆਪਣੀ, ਆਪਾਂ ਸੁਸਾਇਟੀ ਦੇ ਲਈ ਕੀ ਆ, ਜਿਹੜੀਆਂ ਆਪਣੀਆਂ ਐਸੈਂਸ਼ੀਅਲ ਕੰਡੀਸ਼ਨਸ ਨੇ ਉਹ ਫੁੱਲਫਿਲ ਕਰ ਰਹੇ ਹਾਂ। ਆਪਾਂ ਸੁਸਾਇਟੀ ਦੇ ਜਿਹੜੀਆਂ ਚੀਜ਼ਾਂ ਹਾਰਮ ਕਰਦੇ ਨੇ ਆਪਾਂ ਉਹ ਪ੍ਰੋਡਕਸ਼ਨ ਨਹੀਂ ਕਰ ਰਹੇ, ਤਾਂ ਕਿ ਆਪਣੇ ਇੱਕ CSR ਹੈ, ਮੋਰਲ ਵੈਲਿਊਜ਼ ਵੀ ਆਪਾਂ ਦੇਖ ਕੇ ਚੱਲ ਰਹੇ ਹਾਂ। ਤਾਂ ਇਹ ਸਾਰੇ ਕਿਸੇ ਆਪਣੇ ਇੱਕ ਮੈਨੇਜਮੈਂਟ ਦੇ objective ਸੀ। ਦੈਨ after objectives of management we will discuss about nature of management. We cannot say that management is only an art or management is only a science, because management is both art as well as an science। ਤਾਂ ਜੇ ਆਪਾਂ ਗੱਲ ਕਰੀਏ ਮੈਨੇਜਮੈਂਟ ਇੱਕ ਆਰਟ ਵੀ ਹੈ ਤੇ ਇੱਕ ਸਾਇੰਸ ਵੀ ਹੈ। ਫਸਟ ਆਪਣੇ ਕੋਲ ਨੇਚਰ ਆਫ ਮੈਨੇਜਮੈਂਟ, ਫਸਟ ਪੁਆਇੰਟ ਕੀ ਹੈ, ਮਲਟੀ ਡਿਸਿਪਲਿਨਰੀ ਮਤਲਬ ਕੀ ਹੈ, ਮੈਨੇਜਮੈਂਟ ਹੈਜ਼ ਗਰੋਨ ਐਜ਼ ਅ ਫੀਲਡ ਆਫ ਸਟੱਡੀ taking the help of so many other disciplines such as engineering, anthropology, sociology, psychology. Much of the management literature is the result of the association of these disciplines. For instance, productivity orientation drew its inspiration from industrial engineering and human relations orientation from psychology. Similarly, sociology and operational research have also contributed to development of management science। ਹੁਣ ਦੇਖੋ ਮਲਟੀ ਦਾ ਮਤਲਬ ਕੀ ਹੈ, ਮਲਟੀ ਅਪਰੋਚ ਹੈ ਮੈਨੇਜਮੈਂਟ। ਹੁਣ ਆਪਾਂ ਇਹ ਨਹੀਂ ਨਾ ਕਹਿ ਸਕਦੇ ਵੀ ਜਿਹੜੀ ਮੈਨੇਜਮੈਂਟ ਹੈ ਉਹਦੀ ਸਿਰਫ ਕਿਸੇ ਇੱਕ ਲੈਵਲ 'ਤੇ ਹੀ ਜ਼ਰੂਰਤ ਹੈ। ਆਪਾਂ ਨੂੰ ਪਤਾ ਵੀ ਬਿਜ਼ਨਸ ਔਰਗਨਾਈਜੇਸ਼ਨ ਦੇ ਵਿੱਚ 3 ਲੈਵਲਸ ਨੇ, ਟੌਪ ਲੈਵਲ, ਮਿਡਲ ਲੈਵਲ, ਲੋਅਰ ਲੈਵਲ। ਇਹ ਤਾਂ ਇੱਕ ਬਿਜ਼ਨਸ ਔਰਗਨਾਈਜੇਸ਼ਨ ਦੇ ਵਿੱਚ ਕਿੰਨੇ ਲੈਵਲਸ ਨੇ। ਜੇ ਆਪਾਂ ਗੱਲ ਕਰੀਏ ਮੈਨੇਜਮੈਂਟ ਦੀ, ਤਾਂ ਮੈਨੇਜਮੈਂਟ ਦੀ ਹਰ ਇੱਕ ਫੀਲਡ ਦੇ ਵਿੱਚ ਇੰਪੋਰਟੈਂਸ ਹੈ। ਦੇਖੋ ਹੁਣ ਕਾਲਜ ਦੇ ਵਿੱਚ ਵੀ ਮੈਨੇਜਮੈਂਟ ਦੀ ਇੰਪੋਰਟੈਂਸ ਹੈ, ਯੂਨੀਵਰਸਿਟੀ ਦੇ ਵਿੱਚ ਵੀ ਮੈਨੇਜਮੈਂਟ ਦੀ ਇੰਪੋਰਟੈਂਸ ਹੈ, ਬੈਂਕਿੰਗ ਦੇ ਵਿੱਚ ਵੀ, ਇੰਸ਼ੋਰੈਂਸ ਸੈਕਟਰ ਦੇ ਵਿੱਚ ਵੀ। ਤਾਂ ਹਰ ਇੱਕ ਫੀਲਡ ਦੇ ਵਿੱਚ ਕੀ ਹੈ, ਮੈਨੇਜਮੈਂਟ ਦੀ ਇੰਪੋਰਟੈਂਸ ਹੈ। ਤਾਂ ਇਹ ਮੈਨੇਜਮੈਂਟ ਕੀ ਹੈ, ਇੱਕ ਮਲਟੀ ਅਪਰੋਚਡ ਹੈ। ਦੇਖੋ ਆਪਣੇ ਇੰਜੀਨੀਅਰਿੰਗ ਦੇ ਵਿੱਚ ਹੋ ਗਈ, ਐਂਥਰੋਪੋਲੋਜੀ ਹੋ ਗਈ, ਸਾਈਕੋਲੋਜੀ ਹੋ ਗਈ, ਸੋਸ਼ਲੋਜੀ। ਤਾਂ ਇਹ ਸਾਰੇ ਡਿਪਾਰਟਮੈਂਟਸ ਦੇ ਵਿੱਚ ਕੀ ਹੈ, ਇੱਕ ਮੈਨੇਜਮੈਂਟ ਦਾ ਇੱਕ ਕੀ ਹੈ, ਇੰਪੋਰਟੈਂਟ ਰੋਲ ਹੈ। ਦੈਨ ਆਪਣੇ ਕੋਲ ਕੀ ਹੈ, ਮੈਨੇਜਮੈਂਟ ਇਜ਼ ਗੋਲ ਓਰੀਐਂਟਡ। ਆਪਾਂ ਡੈਫੀਨੇਸ਼ਨ ਦੀ ਗੱਲ ਕਰ ਚੁੱਕੇ ਵੀ ਮੈਨੇਜਮੈਂਟ ਇਜ਼ ਐਨ ਆਰਟ ਆਫ ਗੈਟਿੰਗ ਥਿੰਗਸ ਡਨ ਥਰੂ ਅਦਰਸ। ਤਾਂ ਆਪਣਾ ਇੱਕ ਕੀ ਹੈ, ਗੋਲ ਹੈ, ਕੁਛ ਨਾ ਕੁਛ ਆਪਾਂ ਇੱਕ ਗੋਲ ਦੇ ਲਈ ਕੀ ਹੋਏ, ਆਪਸ ਦੇ ਵਿੱਚ ਨੈਗੋਸ਼ੀਏਟ ਹੋਏ ਆ। ਦਾ ਮੈਨੇਜਮੈਂਟ ਇਜ਼ ਏ ਪਰਪਜ਼ਫੁਲ ਐਕਟੀਵਿਟੀ। ਜੇ ਆਪਣਾ ਕੋਈ ਪਰਪਜ਼ ਨਹੀਂ ਹੋਏਗਾ, ਆਪਾਂ ਕੁਛ ਨਾ ਕੁਛ ਮੈਨੇਜ ਕਰ ਸਕਦੇ ਹਾਂ, ਪਲੈਨ ਕਰ ਸਕਦੇ ਹਾਂ। ਤਾਂ ਆਪਾਂ ਪਲੈਨਿੰਗ ਹੀ ਉਦੋਂ ਸਟਾਰਟ ਕਰਦੇ ਹਾਂ ਜਦੋਂ ਆਪਣਾ ਕੋਈ ਨਾ ਕੋਈ ਕੀ ਹੈ, ਗੋਲ ਹੈ ਅਚੀਵ ਕਰਨ ਦਾ। ਦੈਨ ਇਟ ਕੋਆਰਡੀਨੇਟਸ ਦੀ ਐਫਰਟਸ ਆਫ ਵਰਕਰਸ ਟੂ ਅਚੀਵ ਦਾ ਗੋਲਸ ਆਫ ਦੀ ਔਰਗਨਾਈਜੇਸ਼ਨ। ਦਾ ਸਕਸੈਸ ਆਫ ਮੈਨੇਜਮੈਂਟ ਇਜ਼ ਮੈਜ਼ਰਡ ਬਾਈ ਦੀ ਐਕਸਟੈਂਟ ਟੂ ਵਿਚ ਦੀ ਔਰਗਨਾਈਜੇਸ਼ਨਲ ਗੋਲਸ ਆਰ ਅਚੀਵਡ। ਦੇਖੋ ਬਿਜ਼ਨਸ ਔਰਗਨਾਈਜੇਸ਼ਨ ਦੀ ਇੱਕ ਸਕਸੈਸ ਹੈ ਜਿਹੜੀ, ਆਪਾਂ ਉਸ ਨੂੰ ਇਸੇ ਤਰੀਕੇ ਨਾਲ ਜੱਜ ਕਰ ਸਕਦੇ ਹਾਂ ਵੀ ਸਕਸੈਸ ਆਫ ਮੈਨੇਜਮੈਂਟ ਇਜ਼ ਮੈਜ਼ਰਡ ਬਾਈ ਦੀ ਐਕਸਟੈਂਟ ਟੂ ਵਿਚ ਔਰਗਨਾਈਜੇਸ਼ਨ ਗੋਲਸ ਆਰ ਅਚੀਵਡ। ਜੇ ਆਪਣੇ ਕੀ ਨੇ, ਦੇਖੋ ਮੈਨੇਜਮੈਂਟ ਦੇ ਗੋਲਸ ਆਪਣੇ ਕੀ ਨੇ, ਹਾਇਰ ਅਚੀਵ ਕਰ ਚੁੱਕੇ, ਤਾਂ ਉਹਦਾ ਮਤਲਬ ਕੀ ਆ, ਆਪਾਂ ਗੋਲ ਓਰੀਐਂਟਡ ਆ। ਜੇ ਆਪਾਂ ਜ਼ਿਆਦਾ ਤੋਂ ਜ਼ਿਆਦਾ ਗੋਲਸ ਅਚੀਵ ਕਰ ਚੁੱਕੇ ਹਾਂ ਤਾਂ ਇਹ ਆਪਣੇ ਕੀ ਦੱਸਦੇ ਨੇ ਵੀ ਆਪਣੀ ਮੈਨੇਜਮੈਂਟ ਜਿਹੜੀ ਕੀ ਹੈ, ਇੱਕ ਸਕਸੈਸਫੁਲ ਚੱਲ ਰਹੀ ਹੈ। ਥਰਡ ਪੁਆਇੰਟ ਕੀ ਹੈ, ਮੈਨੇਜਮੈਂਟ ਇਜ਼ ਏ ਫੈਕਟਰ ਆਫ ਪ੍ਰੋਡਕਸ਼ਨ। ਫੈਕਟਰ ਆਫ ਪ੍ਰੋਡਕਸ਼ਨ ਕਿਹੜੇ ਹੁੰਦੇ ਨੇ, ਆਪਣੇ ਲੈਂਡ, ਲੇਬਰ, ਕੈਪੀਟਲ, ਐਂਟਰਪ੍ਰੇਨਿਓਰਸ਼ਿਪ। ਇਹਨਾਂ ਸਾਰਿਆਂ ਨੂੰ ਮੈਨੇਜ ਕਰਨਾ ਹੀ ਕੰਮ ਕਿਹਦਾ, ਮੈਨੇਜਮੈਂਟ ਦਾ। ਠੀਕ ਹੈ। ਦੈਨ ਇਕੋਨਮਿਕ ਰਿਸੋਰਸਿਸ, ਇਕੋਨਮੀ ਕੀ ਹੁੰਦਾ, ਮਨੀ ਦੇ ਨਾਲ ਰਿਲੇਟਡ। ਦੈਨ ਮੈਨੇਜਮੈਂਟ ਇਜ਼ ਵਨ ਆਫ ਦੀ ਫੈਕਟਰ ਆਫ ਪ੍ਰੋਡਕਸ਼ਨ ਟੂਗੈਦਰ ਵਿਦ ਲੈਂਡ, ਲੇਬਰ ਐਂਡ ਕੈਪੀਟਲ। ਜੇ ਆਪਾਂ ਗੱਲ ਕਰਦੇ ਹਾਂ ਮੈਨੇਜਮੈਂਟ ਦੀ ਜਾਂ ਫੈਕਟਰਸ ਆਫ ਪ੍ਰੋਡਕਸ਼ਨ ਦੀ, ਤਾਂ ਫੈਕਟਰਸ ਆਫ ਪ੍ਰੋਡਕਸ਼ਨ ਸਿਰਫ ਲੈਂਡ, ਲੇਬਰ ਐਂਡ ਕੈਪੀਟਲ ਹੀ ਨਹੀਂ, ਮੈਨੇਜਮੈਂਟ ਵੀ ਹੈ। ਹਾਊ, ਆਪਣੇ ਕੋਲ ਲੈਂਡ ਵੀ ਹੈ, ਲੇਬਰ ਵੀ ਹੈ ਅਤੇ ਕੈਪੀਟਲ ਵੀ ਹੈ, ਬਟ ਉਹ ਸਾਰਿਆਂ ਨੂੰ ਮੈਨੇਜ ਕਰਨ ਦੇ ਲਈ ਕੀ ਹੈ, ਮੈਨੇਜਮੈਂਟ ਨਹੀਂ ਹੈ। ਤਾਂ ਉਹ ਸਾਰੇ ਰਿਸੋਰਸਿਸ ਕੀ ਨੇ ਆਪਣੇ ਲਈ ਇਨਫ ਨਹੀਂ ਹੈ। ਤਾਂ ਉਹਨਾਂ ਲੈਂਡ, ਲੇਬਰ ਐਂਡ ਕੈਪੀਟਲ ਦੀ ਪ੍ਰੋਪਰ ਯੂਟੀਲਾਈਜੇਸ਼ਨ ਦੇ ਲਈ, ਮੈਕਸੀਮਮ ਆਊਟਪੁੱਟ ਜਨਰੇਟ ਕਰਨ ਦੇ ਲਈ ਇਹਨਾਂ ਫੈਕਟਰਸ ਆਫ ਪ੍ਰੋਡਕਸ਼ਨ ਤੋਂ ਮੈਨੇਜਮੈਂਟ ਕੀ ਹੈ, ਬਹੁਤ ਇਸੈਂਸ਼ੀਅਲ ਐਲੀਮੈਂਟ ਹੈ। ਦੈਨ ਮੈਨੇਜਮੈਂਟ ਇਜ਼ ਯੂਨੀਵਰਸਲ ਇਨ ਕਰੈਕਟਰ। ਯੂਨੀਵਰਸਲ ਕਿਹੜੀ ਚੀਜ਼ ਹੁੰਦੀ ਹੈ, ਜਿਹੜੀ ਹਰ ਇੱਕ ਜਗ੍ਹਾ 'ਤੇ ਐਪਲੀਕੇਬਲ ਹੈ। ਦੇਖੋ ਆਪਾਂ ਗੱਲ ਕਰ ਚੁੱਕੇ ਹਾਂ ਵੀ ਮੈਨੇਜਮੈਂਟ ਇਹ ਨਹੀਂ ਵੀ ਲੋਅਰ ਲੈਵਲ ਨੇ ਹੀ ਮੈਨੇਜ ਕਰਕੇ ਚੱਲਣਾ, ਜਾਂ ਸਾਰੀ ਪਾਵਰ ਟੋਪ ਲੈਵਲ 'ਤੇ ਹੀ ਹੈ ਜਾਂ ਮਿਡਲ ਲੈਵਲ 'ਤੇ ਹੀ ਹੈ। ਤਾਂ ਮੈਨੇਜਮੈਂਟ ਤਾਂ ਕਿ ਇੱਕ ਯੂਨੀਵਰਸਲ ਇਨ ਨੇਚਰ ਹੈ। ਹੈਨਰੀ ਫਿਊਲ ਕੌਣ ਸੀ, ਆਪਣੇ ਇੱਕ ਸਾਇੰਟਿਸਟ ਸੀਗੇ ਜਿਨ੍ਹਾਂ ਨੇ ਆਪਣਾ ਕੀਤਾ ਸੀ ਪ੍ਰਿੰਸੀਪਲਸ ਆਫ ਮੈਨੇਜਮੈਂਟ।
14 ਪ੍ਰਿੰਸੀਪਲਸ ਆਫ ਮੈਨੇਜਮੈਂਟ ਵੀ ਕਿਹਨਾਂ ਦਿੱਤੇ ਸੀ ਆਪਣੇ ਹੈਨਰੀ ਫਿਓਲ ਨੇ। ਹੈਨਰੀ ਫਿਓਲ ਸੁਜੈਸਟਡ ਦੈਟ ਪ੍ਰਿੰਸੀਪਲਸ ਆਫ ਮੈਨੇਜਮੈਂਟ ਵੁੱਡ ਅਪਲਾਈ ਮੋਰ ਔਰ ਲੈਸ ਇਨ ਐਵਰੀ ਸਿਚੁਏਸ਼ਨ। The principles are working guidelines which are flexible and capable of adoption। ਹੁਣ ਆਪਾਂ ਨੂੰ ਪਤਾ ਵੀ 14th ਪ੍ਰਿੰਸੀਪਲਸ ਆਫ ਮੈਨੇਜਮੈਂਟ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰਾਂਗੇ ਅੱਗੇ। ਪ੍ਰਿੰਸੀਪਲ ਆਫ ਇਕੁਇਟੀ, ਪ੍ਰਿੰਸੀਪਲ ਆਫ ਆਰਡਰ, ਡਿਸਿਪਲਿਨ, ਹਾਰਮੋਨੀ, ਇਹ ਸਾਰੇ ਆਪਣੇ ਕੀ ਸੀ ਇੱਕ ਪ੍ਰਿੰਸੀਪਲਸ ਆਫ ਮੈਨੇਜਮੈਂਟ ਸੀ। ਤਾਂ ਇਹਨਾਂ ਦਾ ਮੇਨ ਮੋਟਿਵ ਕੀ ਹੈ, ਆਪਣੇ ਹੈਨਰੀ ਫਿਓਲ ਨੇ ਕੀ ਕਿਹਾ ਵੀ ਕਿਤੇ ਨਾ ਕਿਤੇ ਆਪਾਂ ਨੇ ਕੀ ਕਰਨਾ ਹੈ, ਇਹਨਾਂ ਸਾਰੇ ਪ੍ਰਿੰਸੀਪਲਸ ਨੂੰ ਅਚੀਵ ਕਰਨਾ ਹੈ। 5th ਪੁਆਇੰਟ ਆਪਣੇ ਕੋਲ ਮੈਨੇਜਮੈਂਟ ਇਜ਼ ਏ ਸਿਸਟਮ ਆਫ ਅਥੋਰਿਟੀ। ਸਿਸਟਮ ਆਫ ਅਥੋਰਿਟੀ ਕਿਵੇਂ ਹੈ, ਟੋਪ ਲੈਵਲ ਤੋਂ ਮਿਡਲ ਲੈਵਲ 'ਤੇ ਆਏ, ਮਿਡਲ ਲੈਵਲ ਤੋਂ ਲੋਅਰ ਲੈਵਲ 'ਤੇ ਆਏ। ਹੁਣ ਦੇਖੋ ਟੋਪ ਲੈਵਲ ਤੋਂ ਲੋਅਰ ਲੈਵਲ ਤੱਕ ਕੀ ਆਉਂਦੇ ਨੇ, ਆਰਡਰਸ ਆਉਂਦੇ ਨੇ। ਲੋਅਰ ਲੈਵਲ ਤੋਂ ਮਿਡਲ ਲੈਵਲ ਤੱਕ ਕੀ ਜਾਂਦੇ ਨੇ, ਸੁਜੈਸ਼ਨਸ ਜਾਂਦੇ ਨੇ। ਕਿਉਂਕਿ ਜੇ ਟੋਪ ਲੈਵਲ ਕੋਲ ਪਾਵਰ ਹੈ ਆਰਡਰ ਕਰਨ ਦੀ, ਤਾਂ ਲੋਅਰ ਲੈਵਲ ਕੋਲ ਪਾਵਰ ਹੈ ਸੁਜੈਸ਼ਨਸ ਦੇਣ ਦੀ, ਆਪਣੇ ਸੁਝਾਅ ਦੇਣ ਦੀ। ਆਪਾਂ ਸੁਜੈਸ਼ਨ ਤਾਂ ਦੇ ਹੀ ਸਕਦੇ ਨਾ ਟੋਪ ਲੈਵਲ ਨੂੰ। ਤਾਂ ਇੱਕ ਕੀ ਹੈ, ਸਿਸਟਮ ਆਫ ਅਥੋਰਿਟੀ ਹੈ, ਇੱਕ ਸਿਸਟਮ ਦੇ ਵਿੱਚ ਚੱਲਦਾ ਸਾਰਾ ਕੁਛ ਮੈਨੇਜਮੈਂਟ ਦੇ ਵਿੱਚ। ਦੇਖੋ ਆ ਹਾਇਰਾਰਕੀ ਆਫ ਕਮਾਂਡ ਐਂਡ ਕੰਟਰੋਲ। ਹਾਇਰਾਰਕੀ ਆਫ ਕਮਾਂਡ ਹੀ ਕੀ ਹੈ ਆਪਣੀ ਟੋਪ ਲੈਵਲ, ਇਹਦੇ ਨੀਚੇ ਮਿਡਲ, ਇਹਦੇ ਨੀਚੇ ਲੋਅਰ ਲੈਵਲ। ਦੈਨ ਮੈਨੇਜਮੈਂਟ ਇਜ਼ ਐਨ ਆਰਟ ਐਜ਼ ਵੈਲ ਐਜ਼ ਸਾਇੰਸ। ਹੁਣ ਆਰਟ ਕੀ ਹੈ ਅਤੇ ਸਾਇੰਸ ਕੀ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਆਰਟ ਦੀ, ਤਾਂ ਮੈਨੇਜਮੈਂਟ ਕੀ ਹੈ। ਦੇਖੋ ਆਰਟ ਕਿਵੇਂ ਹੈ ਮੈਨੇਜਮੈਂਟ, ਜਦੋਂ ਆਪਾਂ ਕੁਛ ਨਾ ਕੁਛ ਪਰਸਨਲ ਸਕਿੱਲਸ ਲਗਾ ਕੇ, ਪ੍ਰੈਕਟੀਕਲ ਕਰਕੇ, ਪ੍ਰੈਕਟੀਕਲ ਨੌਲੇਜ ਦੇ ਨਾਲ ਕੁਛ ਅਚੀਵ ਕਰਦੇ ਹਾਂ, ਤਾਂ ਉਹ ਆਪਣਾ ਕੀ ਇੱਕ ਆਰਟ ਹੈ। ਠੀਕ ਹੈ, ਹੁਣ ਦੇਖੋ ਆਪਾਂ ਡਰਾਇੰਗ ਕਰਦੇ ਹਾਂ, ਉਹ ਆਪਣੀਆਂ ਕੁਛ ਕੀ ਨੇ ਪਰਸਨਲ ਕੁਆਲਿਟੀਜ਼ ਨੇ। ਠੀਕ ਹੈ, ਆਪਣੀਆਂ ਪਰਸਨਲ ਸਕਿੱਲਸ ਨੇ, ਉਹਨਾਂ ਨੂੰ ਲਗਾ ਕੇ ਆਪਾਂ ਕੁਛ ਨਾ ਕੁਛ ਕ੍ਰੀਏਟ ਕਰ ਰਹੇ ਹਾਂ, ਤਾਂ ਮੈਨੇਜਮੈਂਟ ਇੱਕ ਆਰਟ ਹੈ। ਬਟ ਜਦੋਂ ਆਪਾਂ ਕੀ ਕਰਦੇ ਹਾਂ, ਬਣੇ ਬਣਾਏ ਰੂਲਸ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰਕੇ ਚੱਲ ਰਹੇ ਹਾਂ, ਫਿਰ ਮੈਨੇਜਮੈਂਟ ਕੀ ਹੈ ਇੱਕ ਸਾਇੰਸ ਹੈ। ਤਾਂ ਆਪਾਂ ਇਹ ਕਹਿ ਸਕਦੇ ਵੀ ਮੈਨੇਜਮੈਂਟ ਕੀ ਹੈ, ਸਾਇੰਸ ਵੀ ਹੈ ਅਤੇ ਇੱਕ ਆਰਟ ਵੀ ਹੈ। ਨੈਕਸਟ ਪੁਆਇੰਟ ਮੈਨੇਜਮੈਂਟ ਇਜ਼ ਏ ਪ੍ਰੋਫੈਸ਼ਨ। ਮੈਨੇਜਮੈਂਟ ਪ੍ਰੋਫੈਸ਼ਨ ਕਿਵੇਂ ਹੈ, ਕਿਉਂਕਿ ਇੱਕ ਹਿਊਮਨ ਅਪਰੋਚ ਹੈ, ਹਿਊਮਨ ਬੀਇੰਗਸ ਨੇ ਕੰਮ ਕਰਨਾ, ਤਾਂ ਉਹਨਾਂ ਨੂੰ ਇੱਕ ਕੀ ਮਿਲਿਆ, ਪ੍ਰੋਫੈਸ਼ਨ ਮਿਲਿਆ ਹੋਇਆ ਹੈ। ਮੈਨੇਜਮੈਂਟ ਇਜ਼ ਵੈਰੀ ਮੱਚ ਰਿਕੋਗਨਾਈਜ਼ਡ ਐਜ਼ ਏ ਪ੍ਰੋਫੈਸ਼ਨ। ਪ੍ਰੋਫੈਸ਼ਨਲ ਇਜ਼ ਏ ਪਰਸਨ ਹੂ ਹੈਜ਼ ਅੰਡਰਗੋਨ ਏ ਸਰਟੇਨ ਵਿਗਰਸ ਟ੍ਰੇਨਿੰਗ ਟੂ ਅਕਵਾਇਰ ਏ ਬੋਡੀ ਆਫ ਨੌਲੇਜ। ਹੁਣ ਦੇਖੋ ਇੱਕ ਬਿਜ਼ਨਸ ਹੁੰਦਾ, ਇੱਕ ਪ੍ਰੋਫੈਸ਼ਨ ਹੁੰਦਾ। ਬਿਜ਼ਨਸ ਅਤੇ ਪ੍ਰੋਫੈਸ਼ਨ ਦੇ ਵਿੱਚ ਮੇਨ ਡਿਫਰੈਂਸ ਕੀ ਹੈ। ਬਿਜ਼ਨਸ ਕੀ ਹੈ ਵੀ ਆਪਣਾ ਉਹ ਮੇਨ ਕੀਤਾ ਹੈ। ਪ੍ਰੋਫੈਸ਼ਨ ਕੀ ਹੈ, ਜਦੋਂ ਆਪਣੀਆਂ ਕੁਛ ਪਰਸਨਲ ਸਕਿੱਲਸ ਕਰਕੇ, ਪਰਸਨਲ ਕੁਆਲੀਫਿਕੇਸ਼ਨਸ ਕਰਕੇ ਆਪਾਂ ਕੋਈ ਨਾ ਕੋਈ ਐਕਟੀਵਿਟੀ ਕਰ ਰਹੇ ਹਾਂ, ਤਾਂ ਉਹ ਆਪਣੀ ਕੀ ਹੈ ਇੱਕ ਪ੍ਰੋਫੈਸ਼ਨ ਹੈ, ਪ੍ਰੋਫੈਸ਼ਨਲ ਸਕਿੱਲ ਹੈ ਆਪਣੀ ਉਹ। ਦੈਨ ਟ੍ਰੇਨਿੰਗ ਟੂ ਐਕਵਾਇਰ ਏ ਬੋਡੀ ਆਫ ਨੌਲੇਜ ਐਂਡ ਡਿਵੈਲਪ ਸਰਟੇਨ ਸਕਿੱਲਸ ਵਿਦ ਦ ਆਬਜੈਕਟਿਵ ਆਫ ਰੈਂਡਰਿੰਗ ਏ ਸਰਵਿਸ ਟੂ ਸੁਸਾਇਟੀ। ਉਹੀ ਗੱਲ ਹੈ ਕਿ ਆਪਣੇ ਵਿੱਚ ਕੀ ਨੇ ਕੁਛ ਸਰਟੇਨਸ ਸਕਿੱਲਸ ਨੇ। ਤਾਂ ਆਪਾਂ ਮੈਨੇਜਮੈਂਟ ਦਾ ਮੀਨਿੰਗ ਕਰ ਚੁੱਕੇ ਹਾਂ, ਓਬਜੈਕਟਿਵਸ ਕਰ ਚੁੱਕੇ ਹਾਂ, ਨੇਚਰ ਕਰ ਚੁੱਕੇ ਹਾਂ। ਨੈਕਸਟ ਕਲਾਸ ਦੇ ਵਿੱਚ ਆਪਾਂ ਕੀ ਕਰਾਂਗੇ, ਮੈਨੇਜਮੈਂਟ ਐਂਡ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੀ ਡਿਫਰੈਂਸ ਹੈ, ਅੱਗੇ ਮੈਨੇਜਮੈਂਟ ਦੇ ਹੋਰ ਸਾਰੇ ਕੀ ਫੰਕਸ਼ਨਸ ਨੇ ਆਪਾਂ ਨੂੰ ਡਿਟੇਲ ਦੇ ਵਿੱਚ ਕਰਾਂਗੇ ਨੈਕਸਟ ਕਲਾਸ ਦੇ ਵਿੱਚ। ਸੋ ਥੈਂਕਸ।